सन्मानयोग गुरु निवाजी साध संगत जीओ, सतगुरु जी दी परम पवित्र हजूरी अंदर बैठ के आप जी गुरबाणी कीर्तन दा आनंद मान रहे सी। आओ हुण अपनियां मनोबिरतियां अज दी विचारधारा नाल जोड़न दा यतन करिए। अज दा जो श्री मुख वाक है तुसी बाहर स्क्रीन ते जरूर दर्शन कीते होणगे। चौथे पातशाह श्री गुरु रामदास महाराज जी उस शब्द का जो मुख भाव है उहदे विच बचन करते ने, धन धन सुहावा सो शरीर थान है, जिथे मेरा गुर धरै विखा। विखा का मतलब हुंदा है कदम या चरण। वो थां भागां वाला है, शोभनीक है अते धन है, जिथे मेरे सतगुरु ने अपने मुबारक चरण रखे ने। उथे शब्द दो हन, शरीर अते थान। थान दा अर्थ है जगह, थां। ये तो गल समझ विच आउंदी है कि जिस थां ते धरती दे किसी भी ठिकाने ते गुरु ने अपने चरण रखे, अपने मुबारक कदम पाए, वो सारियां थावां धनता दे योग हो गईयां, वो शोभनीक हो गईयां। पर शब्द है शरीर। शरीर विच सतगुरु अपने चरण किवें रखे। इत्थे चरण दे अर्थ ने गुरु दी सिक्ख्या, गुरु दा उपदेश, गुरु दा बख्शिया होया शब्द जिसनूं जपना है। सो जिस किसे हिरदे विच, जिस किसे दे अंतशकरण विच गुरु अपने चरण रूप शब्द अपनी सिक्ख्या टिका देवे, वो हिरदा भी धनता योग हो जाता। सो साडे हिरदे विच गुरु किवें चरण टिकावे, अपने कदम किवें रखे, ਉਹਦੇ ਲਈ ही सानू सत संगत की जरूरत है। ਉਹਦੇ ਲਈ सानू गुरबाणी का पाठ समझ के करन दी लोड़ है। ਉਹਦੇ ਲਈ सानू महापुरुषां दे कोल बैठन दी लोड़ है। जे आपां इस तरह सत संगत करिए तो एक समा जरूर आ जाएगा जदों गुरु की सिक्ख्या, गुरु का बख्शिया होया शब्द साडे हिरदे विच टिक जाएगा। बस जिस हिरदे विच शब्द टिक गया वो धनता दे योग हो जाएगा, वो मनुख वड्डियां भागां वाला बन जाएगा। पिछली कथा विच आपां समझ रहे सी कि गुरु नानक देव महाराज ढाके तो अगे निकले हुए ने ते रस्ते विच इस तरह साखीकार लिखते ने उन्होंने कलयुग मिलिया। सो आपां कलयुग के अर्थ इस तरह कर रहे सां। भाई गुरदास जी ने लिखिया अपनी बाणी विच, कलयुग बाबे तारिया, सतनाम पढ़ मंत्र सुनाया। गुरु नानक साहब ने कलयुग नूं तार दिता।
ਉਹਨਾਂ ਨੇ ਸਤਨਾਮ ਯਾਨੀ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਕੀਤਾ। ਉਹ ਕਿਸ ਨੂੰ ਕੀਤਾ? ਉਹ ਸਮੁੱਚੀ ਮਨੁੱਖਤਾ ਨੂੰ, ਜਿਹੜੇ ਅਸੀਂ ਇਸ ਚੱਲ ਰਹੇ ਸਮੇਂ ਵਿੱਚ ਮੌਜੂਦ ਹਾਂ। ਸਾਨੂੰ ਸਭਨਾਂ ਨੂੰ ਗੁਰੂ ਨੇ ਸਿੱਖਿਆ ਬਖਸ਼ੀ, ਸਭਨਾਂ ਨੂੰ ਗੁਰੂ ਨੇ ਉਪਦੇਸ਼ ਦਿੱਤਾ, ਤੇ ਉਪਦੇਸ਼ ਦੇ ਕੇ ਇਸ ਕਲਯੁੱਗ ਦੇ ਵਿੱਚ ਚੱਲ ਰਹੇ ਸਮੇਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਉਹਨਾਂ ਨੇ ਤਾਰ ਦਿੱਤਾ। ਤਰਨਗੇ ਉਹ ਜਿਹੜੇ ਗੁਰੂ ਨਾਨਕ ਦੀ ਸਿੱਖਿਆ ਤੇ ਅਮਲ ਕਰਨਗੇ। ਸੋ ਇਸ ਤਰ੍ਹਾਂ ਜਿਹੜੇ ਕਲਯੁੱਗ ਦੇ ਅਰਥ ਨੇ ਆਪਾਂ ਇਹ ਕਰ ਰਹੇ ਸਾਂ। ਮਨੁੱਖਤਾ ਦੇ ਸੁਭਾਅ, ਜਦੋਂ ਮਨੁੱਖਤਾ ਦੇ ਸੁਭਾਅ ਵਿੱਚ ਸਤ ਸੰਤੋਖ ਹੁੰਦਾ ਹੈ, ਧਰਮ ਹੁੰਦਾ ਹੈ, ਉਸ ਨੂੰ ਸਤਯੁਗ ਆਖਦੇ ਨੇ। ਜਦੋਂ ਜਤ ਆਦਿਕ ਕਰਮ ਲੋਕ ਕਰਦੇ ਨੇ ਉਦੋਂ ਉਸ ਨੂੰ ਤ੍ਰੇਤਾ ਯੁੱਗ ਆਖਦੇ ਨੇ। ਜਦੋਂ ਤਪ ਆਦਿਕ ਕਰਮ ਕਮਾਉਂਦੇ ਨੇ ਉਸ ਨੂੰ ਦੁਆਪਰ ਆਖਿਆ ਜਾਂਦਾ ਹੈ। ਤੇ ਜਦੋਂ ਲੋਕਾਂ ਦੇ ਮਨਾਂ ਉੱਤੇ ਕੂੜ ਦਾ ਪ੍ਰਭਾਵ ਹੋਵੇ, ਝੂਠ ਦਾ ਬੋਲਬਾਲਾ ਹੋਵੇ, ਉਸ ਚੱਲ ਰਹੇ ਸਮੇਂ ਨੂੰ ਕਲਯੁੱਗ ਆਖਦੇ ਨੇ। ਸੋ ਆਪਾਂ ਇਹ ਸਮਝਿਆ ਸੀ ਕਿ ਕਲਯੁੱਗ ਕੋਈ ਮਨੁੱਖੀ ਜਾਮੇ ਵਿੱਚ ਆ ਕੇ ਗੁਰੂ ਜੀ ਨੂੰ ਨਹੀਂ ਮਿਲਿਆ ਹੋਵੇਗਾ, ਸਗੋਂ ਉਹਨਾਂ ਨੇ ਜੀਵਾਂ ਦੇ ਸੁਭਾਅ ਨੂੰ ਵੇਖਿਆ, ਤੇ ਇਹ ਜੀਵਾਂ ਦੇ ਸੁਭਾਅ ਨੂੰ ਵੇਖ ਕੇ ਉਹਨਾਂ ਨੇ ਸਾਨੂੰ ਕੁਝ ਸਿੱਖਿਆ ਦੇਣ ਦਾ ਯਤਨ ਕੀਤਾ ਕਲਯੁੱਗ ਦੀ ਉਸ ਸਾਖੀ ਦੇ ਥੱਲੇ। ਆਪਾਂ ਗੱਲ ਇਸ ਜਗ੍ਹਾ ਤੇ ਛੱਡੀ ਸੀ ਕਿ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਕਲਯੁੱਗ ਜੇ ਸੱਚਮੁੱਚ ਹੀ ਕਿਸੇ ਆਕਾਰ ਦਾ ਨਾ ਹੋਵੇ, ਕੋਈ ਸਮਾਂ ਬਦਲ ਜਾਂਦਾ ਹੋਵੇ, ਤੇ ਉਹ ਕਹਿੰਦੇ ਨੇ ਐਸਾ ਹੋਇਆ ਨਜ਼ਰ ਨਹੀਂ ਆਉਂਦਾ। ਸੋਈ ਚੰਦ, ਉਹੀ ਚੰਦਰਮਾ ਜਿਹੜਾ ਸਤਯੁਗ ਤ੍ਰੇਤੇ ਦੁਆਪਰ ਵਿੱਚ ਚੜ੍ਹਦਾ ਸੀ, ਉਹੋ ਹੀ ਕਲਯੁੱਗ ਵਿੱਚ ਚੜ੍ਹਦਾ। ਸੇ ਤਾਰੇ, ਉਹੋ ਹੀ ਤਾਰੇ ਟਿਮਟਮਾਉਂਦੇ ਨੇ ਆਕਾਸ਼ ਵਿੱਚ। ਸੋਈ ਦਿਨੀਅਰ, ਦਿਨੀਅਰ ਦਾ ਮਤਲਬ ਹੁੰਦਾ ਹੈ ਸੂਰਜ, ਜਿਹਦੇ ਨਿਕਲਣ ਨਾਲ ਦਿਨ ਨਿਕਲਦਾ ਹੈ। ਉਹੋ ਹੀ ਸੂਰਜ ਤਪ ਰਿਹਾ ਇਸ ਆਕਾਸ਼ ਦੇ ਅੰਦਰ। ਸਾ ਧਰਤੀ, ਉਹੋ ਹੀ ਧਰਤੀ ਏ ਜੁਗਾਂ ਜੁਗਾਂਤਰਾਂ ਤੋਂ। ਸੋ ਪੌਣ ਝੁਲਾਰੇ, ਉਹੋ ਹੀ ਪੌਣ ਵਗ ਰਹੀ ਏ। ਫਿਰ ਗੁਰੂ ਜੀ ਦਾ ਇਹ ਕਹਿਣਾ ਹੈ ਕਿ ਦੱਸੋ ਕਲਯੁੱਗ ਤੁਸੀਂ ਕਿਸ ਨੂੰ ਆਖਦੇ ਹੋ, ਜਦੋਂ ਕੋਈ ਚੀਜ਼ ਤਬਦੀਲ ਹੀ ਨਹੀਂ ਹੋਈ, ਸਭ ਕੁਝ ਉਹ ਹੀ ਹੈ ਜੋ ਸਤਯੁੱਗ ਵਿੱਚ ਸੀ। ਇਹਦਾ ਮਤਲਬ ਇਹ ਹੋਇਆ ਕਿ ਕਲਯੁੱਗ ਮਨੁੱਖਤਾ ਦੇ ਸੁਭਾਅ ਦਾ ਨਾਂ ਹੈ। ਅੱਗੇ ਆਪਾਂ ਸਮਝਦੇ ਹਾਂ, ਗੁਰੂ ਜੀ ਨੇ ਆਖਿਆ ਜੁਗ ਜੀ ਖੇਲੇ ਥਾਮ ਕੈਸੇ। ਕਿਹੜਾ ਯੁੱਗ ਹੈ ਜਿਹਦੇ ਆਧਾਰ ਤੇ ਲੋਕੀ ਆਪਣੇ ਆਪ ਨੂੰ ਇਸ ਸ੍ਰਿਸ਼ਟੀ ਦੇ ਅੰਦਰ ਖੇਲ ਰਹੇ ਨੇ, ਭਾਵ ਕਿਰਿਆ ਕਰਮ ਕਰ ਰਹੇ ਨੇ। ਕੋਈ ਯੁੱਗ ਨਹੀਂ ਬਦਲਿਆ, ਕੋਈ ਚੰਦਰਮਾ, ਧਰਤੀ, ਤਾਰੇ, ਆਕਾਸ਼, ਸੂਰਜ ਕੁਛ ਨਹੀਂ ਤਬਦੀਲ ਹੋਇਆ, ਸਿਰਫ ਮਨੁੱਖਤਾ ਦਾ ਸੁਭਾਅ ਬਦਲਦਾ ਹੈ। ਅੱਗੇ ਆਖਦੇ ਨੇ ਜੀਵਨ ਤਲਬ ਨਿਵਾਰ। ਇਹ ਇੱਕ ਸਿਆਣੇ ਪੰਡਿਤ ਦੇ ਨਾਲ, ਵਿਦਵਾਨ ਦੇ ਨਾਲ ਗੁਰੂ ਜੀ ਦੇ ਬਚਨ ਹੋ ਰਹੇ ਨੇ। ਉਹ ਕਹਿੰਦੇ ਨੇ ਜੇ ਤੁਸੀਂ ਕਲਯੁੱਗ ਤੋਂ ਬਚਣਾ ਚਾਹੁੰਦੇ ਹੋ, ਜੀਵਨ ਤਲਬ ਨਿਵਾਰ। ਤਲਬ ਦਾ ਮਤਲਬ ਹੁੰਦਾ ਇੱਛਾ ਰੱਖਣਾ। ਸਾਡੀਆਂ ਸਾਰਿਆਂ ਦੀਆਂ ਇੱਛਾਵਾਂ ਬਹੁਤ ਵਧੀਆਂ ਹੋਈਆਂ ਨੇ। ਅਸੀਂ ਕਿਸੇ ਨੂੰ ਵੇਖਦੇ ਹਾਂ ਤੇ ਅਸੀਂ ਉਹਦੇ ਵਰਗੇ ਬਣਨਾ ਚਾਹੁੰਦੇ ਹਾਂ। ਕਿਸੇ ਦਾ ਘਰ ਵੇਖਦੇ ਹਾਂ, ਉਹੋ ਜਿਹਾ ਘਰ ਲੈਣਾ ਚਾਹੁੰਦੇ ਹਾਂ। ਇੱਥੋਂ ਤੱਕ ਜੇ ਕਿਸੇ ਨੇ ਜਹਾਜ਼ ਆਦਿਕ ਆਪਣੇ ਖਰੀਦੇ ਹੋਏ ਨੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਕੋਲ ਵੀ ਹੋਣ। ਇਹ ਵਧੀਆਂ ਹੋਈਆਂ ਇੱਛਾਵਾਂ ਨੇ, ਹੋਰ ਕੁਛ ਨਹੀਂ। ਇਹਨਾਂ ਇੱਛਾਵਾਂ ਤੇ ਕੰਟਰੋਲ ਕਰਨਾ, ਗੁਰੂ ਜੀ ਆਖਦੇ ਨੇ ਜੀਵਨ ਤਲਬ ਨਿਵਾਰ। ਇਹਨਾਂ ਇੱਛਾਵਾਂ ਨੂੰ ਦੂਰ ਕਰ ਜੇ ਤੂੰ ਕਲਯੁੱਗ ਤੋਂ ਬਚਣਾ ਚਾਹੁੰਦਾ ਹੈ।
जे तू इस कूड़ दे ते अगन दे रथ विचों निकल के सत संतोख ते धर्म दे रथ ते सवार होना चाहुंदा है ते फिर जीवन तलब निवार। ये सारियां इच्छावां दा त्याग कर ते जीवन बसर कर एक इंसान दी तरह, एक चंगे मनुख दी तरह। सत विच रह के, संतोख विच रह के, सिदक विच रह के धर्म दी किरत करदा होया अपने जीवन दा निर्वाह कर। अगे उन्हां ने कलयुग दे लक्षण दसे ने। होवै परवाना करहै तिंगाणा। इन्हां शब्द विच गंगा है, इहदा थोड़ा जिहा ध्यान रखिया करो बोलन लग्गिया। इनू कई बारी मैं वेख्या पाठी सिंह ना तिंगाणा पढ़ते ने गग्गे नाल। इनू गग्गे नाल नहीं पढ़ना, फिर अर्थ बदल जाणगे। तिंगाणा दा मतलब है तिंगों जोरी, जोर जुल्म करना, किसे नाल धक्का करना। तिंगाणा होवै परवाना। इस संसार दे जिन्ने वड्डे लोक ने, राजे महाराजे, अजकल राजनेता आख लईए, ये पब्लिक दे उत्ते, प्रजा दे उत्ते धक्का करते ने, जुल्म करते ने, धक्के नाल टैक्स लाउंदे ने, फिर उहदी अगराही वास्ते मनुखता दे उत्ते अपना जोर अजमाई करते ने। होवै परवाना, उन्हां दा ओह धक्का जोर भी प्रवान हो जाता है, मन लिया जाता है। लोग उसनूं कबूल कर लेंदे ने भी इस तरह ही होना सी, इस तरह ही हो रहा है। गुरु जी आखदे कल लखण विचार। पंडित जी या सियाणे महापुरुषो, इहो ही हन कलयुग दे लक्षण कि वड्डे लोग, तकड़े लोग माड़ियां उत्ते धक्का करते ने ते माड़े लोग अनसरदी नूं, उन्हां दे धक्के नूं भी प्रवान कर लैंदे ने। इहो ही हन कलयुग दे लक्षण। अगे गुरु जी ने थोड़ी जी होर सानू डिटेल में समझाउण दा यतन कीता है भई इहदे लक्षण होर की ने कलयुग दे। इसे ही शब्द का बंद नंबर 3 है, जे को सत करे सो छीजै। सत का मतलब है सच्चाई। जे कोई मनुख सच्चाई के आधार पर अपना जीवन जिउना चाहुंदा है, तो आपां ये गल समझते हैं कि अज चल रहे समय विच सच बोलन वाले नूं लोग लताड़ के अगे लंघदे ने। सच बोलन वाले नूं ना किसी कोर्ट कचहरी विच न्याय मिलदा है, ना लोग उहदी सच्चाई नूं प्रवान करते ने, सगों झूठ का बोल बाला है। कलयुग रथ अगन का, कूड़ अगे रथवा। कूड़ का बोल बाला समुचे संसार दे अंदर विरलियां विरलियां थावां नूं जां मनुखता नूं छड्ड के बहु गिणती इस आधार ते असीं जीवन जिउने आ। ते जे कोई सच बोलदा है जां सच दे आधार ते जीवन जिउंदा है, सो छीजै, वो कमज़ोर पै जांदा है। झूठ बोलन वाले उहदे ते अपना गलबा पा लैंदे ने। तप घर तप ना होई। ਜਿਹੜੇ लोग भगती करना चाहुंदे ने, तप आदਿਕ साधनावां करना चाहुंदे ने, उन्हां दे घर विच यानी हिरदे रूप घर विच तप दी साधना पूरी नहीं लोग होण दिंदे। आपां पुरातन भावें वो कहानियां मिथिहासक हन, पर आपां सुणदे आए हां कि वड्डे वड्डे रिशी मुनि देवियां देवते जदों तप साधनावां करदे सन ते राक्षस लोग आके उन्हां दे तप दे विच विघन पाया करदे सन। तप घर तप ना होई, भाव भगती करन वाले नूं लोक भगती भी नहीं करन देंदे। जे को नाम लए बदनावी। जे कोई परमात्मा दे नाम दा जप सिमरन ध्यान साधना शुरू करे ते लोग उसदी बदनामी करनी शुरू कर देंदे ने। आपां एक मुहावरा सुनिया होना है, 900 चूहा खा के बिल्ली हज नूं चली।
ਵੀ ਇਹ ਮਨੁੱਖਤਾ ਦਾ ਜਾਂ ਸਾਡੇ ਸਮਾਜ ਦਾ ਵਰਤਾਰਾ ਹੈ ਕਿ ਜੇ ਕਿਸੇ ਮਨੁੱਖ ਕੋਲੋਂ ਪਿਛਲੇ ਬੀਤੇ ਸਮੇਂ ਵਿੱਚ ਕੋਈ ਗਲਤੀ ਹੋ ਗਈ ਹੋਵੇ, ਉਹ ਗਲਤੀ ਬੇਸ਼ੱਕ ਕੋਰਟ ਨੇ, ਕਚਹਿਰੀ ਨੇ, ਨਿਆਂਪਾਲਕਾ ਨੇ ਉਹਨੂੰ ਮੁਆਫ ਕਰ ਦਿੱਤੀ ਹੋਵੇ, ਪਰ ਸਮਾਜ ਨਹੀਂ ਮੁਆਫ ਕਰਦਾ। ਸਾਰੀ ਜ਼ਿੰਦਗੀ ਉਹ ਚੰਗੇ ਕੰਮ ਕਮਾਉਂਦਾ ਰਵੇ, ਲੇਕਿਨ ਜਦੋਂ ਕਿਸੇ ਦੇ ਸਾਹਮਣੇ ਉਹ ਬੰਦਾ ਆਏਗਾ ਤੇ ਲੋਕ ਉਹਦੀ ਉਹ ਇੱਕ ਗਲਤੀ ਨੂੰ ਚਿਤਾਰਨਗੇ, ਇਹਨੇ ਫਲਾਣੇ ਵੇਲੇ ਉਹ ਕੰਮ ਕੀਤਾ ਸੀ। ਸਮਾਜ ਨਹੀਂ ਛੱਡਦਾ, ਸਮਾਜ ਉਹਨੂੰ ਨਹੀਂ ਭੁਲਾਉਂਦਾ। ਇਸ ਲਈ ਗੁਰੂ ਸਾਹਿਬ ਨੇ ਬਦਨਾਵੀ ਸ਼ਬਦ ਵਰਤਿਆ ਹੋਇਆ ਕਿ ਉਹਦੀ ਸਾਰੀ ਜ਼ਿੰਦਗੀ ਇਹ ਸਾਡਾ ਸਮਾਜ ਇਸ ਤਰ੍ਹਾਂ ਦਾ, ਇਹਦੀ ਕਮਜ਼ੋਰੀ ਕਹਿ ਸਕਦੇ ਹਾਂ ਇੱਕ ਸਮਾਜ ਸਾਡੇ ਦੀ, ਕਿ ਕਿਸੇ ਦੀ ਗਲਤੀ ਉੱਤੇ, ਵੈਸੇ ਗੁਰੂ ਸਾਹਿਬ ਨੇ ਆਖਿਆ ਕਿ ਸਾਨੂੰ ਕਿਸੇ ਦੇ ਗਲਤੀ ਉੱਤੇ, ਕਿਸੇ ਦੇ ਦੋਸ਼ ਉੱਤੇ ਪਰਦਾ ਪਾਉਣਾ ਚਾਹੀਦਾ ਹੈ। ਅਸੀਂ ਪਰਦਾ ਪਾਉਣ ਦੀ ਬਜਾਏ ਉਸ ਨੂੰ ਉਛਾਲਦੇ ਹਾਂ। ਇਸ ਨੂੰ ਹੀ ਬਦਨਾਮੀ ਆਖਿਆ ਗੁਰੂ ਜੀ ਨੇ। ਜੇ ਕੋ ਨਾਉ ਲਏ, ਪਿਛਲੀਆਂ ਗਲਤੀਆਂ ਨੂੰ ਭੁਲਾ ਕੇ ਬੰਦਾ ਪ੍ਰਭੂ ਦੀ ਭਗਤੀ ਵਿੱਚ ਜੁੜਨਾ ਚਾਹੇ, ਲੋਕ ਉਹਨੂੰ ਬਦਨਾਮ ਕਰਨੋਂ ਨਹੀਂ ਹਟਦੇ। ਗੁਰੂ ਜੀ ਨੇ ਆਖਿਆ ਕਲ ਕੇ ਲੱਖਣ ਇਹੋ ਹੀ ਹਨ ਕਲਯੁਗ ਦੇ ਲੱਛਣ। ਸੋ ਕਲਯੁਗ ਕੋਈ ਆਕਾਰ ਨਹੀਂ, ਕੋਈ ਮਨੁੱਖੀ ਜਾਮਾ ਜਾਂ ਸਰੀਰ ਨਹੀਂ। ਕਲਯੁਗ ਮਨੁੱਖਤਾ ਦੇ ਸੁਭਾਅ ਦਾ ਨਾਂ ਹੈ। ਸੋ ਜਦੋਂ ਜੀਵਾਂ ਦੇ ਵਿੱਚ, ਉਹਨਾਂ ਦੇ ਸੁਭਾਅ ਵਿੱਚ ਆਹ ਵਰਤਾਰਾ ਵਰਤਦਾ ਜੋ ਗੁਰੂ ਅਮਰਦਾਸ ਮਹਾਰਾਜ ਸਾਡੇ ਨਾਲ ਸਾਂਝਾ ਕਰਦੇ ਨੇ, ਉਸ ਸਮੇਂ ਨੂੰ ਕਲਯੁਗ ਆਖਿਆ ਜਾਂਦਾ ਹੈ। ਇੱਕ ਛੋਟਾ ਜਿਹਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ, ਸ਼੍ਰੀ ਕ੍ਰਿਸ਼ਨ ਜੀ ਦੇ ਵਕਤ ਦਾ ਅਤੇ ਪਾਂਡਵਾਂ ਦੇ। ਮਹਾਭਾਰਤ ਦੇ ਯੁੱਧ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਤੇ ਪੰਜੇ ਪਾਂਡਵ, ਤੁਹਾਨੂੰ ਉਹਨਾਂ ਦੇ ਨਾਂ ਤੇ ਪਤਾ ਹੀ ਹੋਣਾ, ਯੁਧਿਸ਼ਟਰ, ਅਰਜੁਨ, ਭੀਮ, ਸਹਿਦੇਵ, ਨਕੁਲ ਆਦਿ ਜਿਹੜੇ ਸਨ, ਉਹ ਇੱਕ ਦਿਨ ਇਕੱਠੇ ਹੋਏ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਉੱਥੇ ਗੱਲਬਾਤ ਚੱਲੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬਾਰੇ ਸਾਖੀਕਾਰ ਨੇ ਲਿਖਤਾ ਕਿ ਕਲਯੁਗ ਮਿਲਿਆ ਗੁਰੂ ਜੀ ਨੂੰ ਤੇ ਉਹਨੂੰ ਇਹ ਸਿੱਖਿਆਵਾਂ ਦਿੱਤੀਆਂ। ਇਸੇ ਤਰ੍ਹਾਂ ਉਹ ਕਲਯੁਗ ਦੇ ਬਾਰੇ ਗੱਲ ਚੱਲ ਪਈ ਤੇ ਪਾਂਡਵ ਪੰਜੇ ਜਣੇ ਪੁੱਛਦੇ ਨੇ ਕ੍ਰਿਸ਼ਨ ਜੀ ਨੂੰ ਵੀ ਇਹ ਕਲਯੁਗ ਦੀਆਂ ਨਿਸ਼ਾਨੀਆਂ ਕੀ ਨੇ। ਬੜੇ ਲੋਕ ਕਹਿੰਦੇ ਨੇ ਕਲਯੁਗ ਆ ਗਿਆ, ਕਲਯੁਗ ਆ ਗਿਆ, ਇਹ ਹੈ ਕੀ ਹੈ, ਇਹਦੀਆਂ ਨਿਸ਼ਾਨੀਆਂ ਕੀ ਨੇ। ਤੇ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਵੀ ਤੁਸੀਂ ਪੰਜੇ ਜਣੇ ਨਾ ਵੱਖ-ਵੱਖ ਦਿਸ਼ਾਵਾਂ ਨੂੰ ਚਲੇ ਜਾਓ ਤੇ ਜਿਹੜੀਆਂ ਘਟਨਾਵਾਂ ਤੁਸੀਂ ਵੇਖੋ ਉਹ ਆ ਕੇ ਤੁਸੀਂ ਮੈਨੂੰ ਦੱਸਣਾ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਲਯੁਗ ਦੀਆਂ ਨਿਸ਼ਾਨੀਆਂ ਕੀ ਨੇ, ਕਲਯੁਗ ਕਿਸ ਨੂੰ ਆਖਦੇ ਨੇ। ਉਹ ਪੰਜੇ ਭਰਾ ਵੱਖ-ਵੱਖ ਦਿਸ਼ਾਵਾਂ ਵਿੱਚ ਚਲੇ ਗਏ ਤੇ ਸ਼ਾਮ ਪੈਂਦੀ ਨੂੰ ਵਾਪਸ ਆ ਗਏ ਤੇ ਕ੍ਰਿਸ਼ਨ ਜੀ ਨੇ ਪੁੱਛਿਆ ਬਈ ਤੁਸੀਂ ਜੋ ਵੇਖ ਕੇ ਆਏ ਜੇ ਮੈਨੂੰ ਦੱਸ ਸਕਦੇ ਹੋ? ਹਾਂ, ਅਸੀਂ ਜ਼ਰੂਰ ਦੱਸਾਂਗੇ। ਪਹਿਲੇ ਨੰਬਰ ਵਾਲਾ ਵਿਅਕਤੀ ਜਿਹੜਾ ਆਇਆ ਸੀ, ਉਹਨੇ ਆ ਕੇ ਆਖਿਆ ਕਿ ਮੈਂ ਇੱਕ ਅਚਰਜ ਕਿਸਮ ਦਾ ਹਾਥੀ ਵੇਖਿਆ। ਉਸ ਦੀਆਂ 2 ਸੁੰਡਾਂ ਸਨ। ਆਮ ਕਰਕੇ ਹਾਥੀ ਨੂੰ ਆਮ ਕਰਕੇ ਕਿ ਇੱਕ ਹੀ ਹੁੰਦੀ ਹੈ, ਪਰ ਉਹਨੂੰ 2 ਸਨ ਤੇ ਮੈਂ ਤੇ ਬੜਾ ਹੈਰਾਨ ਹੋਇਆ ਵੀ ਆਹ ਮੈਂ ਕੀ ਵੇਖਣਾ ਪਿਆ। ਅਗਲੇ ਦੂਜੇ ਦੀ ਵਾਰੀ ਆਈ, ਉਹਨੇ ਆਖਿਆ ਜੀ ਮੈਂ ਇੱਕ ਪੰਛੀ ਵੇਖਿਆ ਹੈ, ਉਹਦੇ ਪਰਾਂ ਦੇ ਉੱਤੇ ਬੜੇ ਧਾਰਮਿਕ ਮੰਤਰ ਲਿਖੇ ਹੋਏ ਸਨ, ਸ਼ਬਦ ਲਿਖੇ ਹੋਏ ਸਨ ਤੇ ਉਹ ਇਹੋ ਜਿਹਾ ਪੰਛੀ ਕੁਕਰਮ ਕਰਦਾ ਸੀ, ਮਾਸ ਆਦਿ ਖਾ ਰਿਹਾ ਸੀ। ਪਰਾਂ ਦੇ ਉੱਤੇ ਧਾਰਮਿਕ ਸ਼ਲੋਕ ਲਿਖੇ ਹੋਏ ਨੇ, ਲੇਕਿਨ ਖਾ ਮਾਸ ਆਦਿ ਕਰਿਆ। ਤੀਜੇ ਬੰਦੇ ਨੇ ਆਖਿਆ ਮੈਂ ਇੱਕ ਗਊ ਵੇਖੀ ਜਿਹੜੀ ਆਪਣੀ ਵੱਛੀ ਨੂੰ ਚੁੰਗ ਰਹੀ ਸੀ, ਉਹਦਾ ਦੁੱਧ ਪੀ ਰਹੀ ਸੀ। ਹੁੰਦਾ ਤੇ ਇਸ ਤਰ੍ਹਾਂ ਨਾ ਉਲਟ ਹੁੰਦਾ ਹੈ ਕਿ ਬੱਚਾ, ਵੱਛੀ ਜਿਹੜੀ ਜਾਂ ਵੱਛਾ, ਉਹ ਗਊ ਦਾ ਦੁੱਧ ਪੀਂਦਾ ਹੈ, ਪਰ ਇੱਥੇ ਗਾਂ
ਵੱਛੀ ਦਾ ਦੁੱਧ ਪੀ ਰਹੀ ਹੈ। ਚੌਥੇ ਬੰਦੇ ਨੇ ਆਖਿਆ ਮੈਂ 3 ਖੂਹ ਵੇਖੇ ਨੇ। ਇਸ ਤਰ੍ਹਾਂ ਤਿੰਨੇ ਖੂਹ ਨੇ ਤੇ ਜਿਹੜਾ ਵਿਚਕਾਰ ਵਾਲਾ ਉਹ ਖਾਲੀ ਏ। ਇੱਧਰਲੇ ਵਿੱਚ ਵੀ ਪਾਣੀ ਹੈ ਤੇ ਉੱਧਰਲੇ ਵਿੱਚ ਵੀ ਪਾਣੀ ਹੈ। ਜਿਹੜਾ ਇੱਧਰਲਾ ਖੂਹ ਏ ਇਹ ਵਿਚਕਾਰਲੇ ਨੂੰ ਛੱਡ ਕੇ ਤੀਸਰੇ ਨੂੰ ਪਾਣੀ ਦੇ ਰਿਹਾ ਤੇ ਉਹ ਵਿਚਕਾਰਲਾ ਸੁੱਕਾ ਪਿਆ। ਮੈਂ ਇਹ ਚੀਜ਼ਾਂ ਵੇਖੀਆਂ ਨੇ। ਪੰਜਵੇਂ ਬੰਦੇ ਨੇ ਆਖਿਆ ਮੈਂ ਇੱਕ ਪੱਥਰ ਵੇਖਿਆ, ਉੱਤੇ ਵੱਡੇ ਪਹਾੜ ਤੋਂ ਪੱਥਰ ਡਿੱਗਦਾ ਆ ਰਿਹਾ ਸੀ ਥੱਲੇ ਨੂੰ। ਉਹਨੇ ਵੱਡੇ ਵੱਡੇ ਰੁੱਖ ਤੋੜ ਸੁੱਟੇ, ਪੱਥਰਾਂ ਨਾਲ ਟਕਰਾਉਂਦਾ ਹੋਇਆ ਉਹ ਥੱਲੇ ਆ ਰਿਹਾ ਸੀ, ਰੁਕ ਨਹੀਂ ਸੀ ਰਿਹਾ। ਪਰ ਮੈਂ ਵੇਖਿਆ ਕਿ ਥੱਲੇ ਆ ਕੇ ਨਾ ਇੱਕ ਛੋਟਾ ਜਿਹਾ ਘਾਹ ਦਾ ਤਿਨਕਾ ਸੀ, ਉਹਦੇ ਨਾਲ ਉਹ ਅੜ ਗਿਆ ਤੇ ਉੱਥੇ ਉਹ ਰੁਕ ਗਿਆ। ਤੇ ਮੈਂ ਬੜਾ ਹੈਰਾਨ ਹੋਇਆ ਕਿ ਏਡੇ ਏਡੇ ਵੱਡੇ ਦਰਖਤ ਤੋੜਦਾ ਆ ਰਿਹਾ ਹੈ, ਲੇਕਿਨ ਨਾ ਇੱਕ ਘਾਹ ਦੇ ਤਿਨਕੇ ਨਾਲ ਅੜ ਗਿਆ, ਰੁਕ ਗਿਆ। ਇਹਦਾ ਕੀ ਕਾਰਨ? ਸੋ ਉਹਨਾਂ 5 ਪਾਂਡਵਾਂ ਨੇ ਜੋ ਕੁਝ ਵੇਖਿਆ ਸੀ ਉਹਨਾਂ ਨੇ ਸ਼ਾਮ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਦੱਸਿਆ। ਹੁਣ ਪੁੱਛਦੇ ਨੇ ਕਿ ਸਾਨੂੰ ਦੱਸੋ ਕਲਯੁਗ ਦੀਆਂ ਕੀ ਨਿਸ਼ਾਨੀਆਂ ਨੇ। ਉਹਨੇ ਆਖਿਆ ਪਹਿਲੀ ਨਿਸ਼ਾਨੀ, ਰਾਜੇ 2 ਸੁੰਡਾਂ ਵਾਲੇ ਹਾਥੀ ਹੋਣਗੇ ਕਲਯੁਗ ਦੇ ਅੰਦਰ। ਇਹ ਨਾ ਅਮੀਰ ਨੂੰ ਬਖਸ਼ਣਗੇ, ਨਾ ਗਰੀਬ ਨੂੰ ਬਖਸ਼ਣਗੇ, ਨਾ ਮਾੜੇ ਦਾ ਸਾਥ ਦੇਣਗੇ, ਤਕੜੇ ਦਾ ਤੇ ਦੇਣਾ ਹੀ ਕੀ ਏ। ਇਹ ਹਰ ਤਰ੍ਹਾਂ ਨਾਲ ਪਬਲਿਕ ਨੂੰ ਲੁੱਟ ਲੁੱਟ ਕੇ ਖਾਣਗੇ। 2 ਸੁੰਡਾਂ ਯਾਨੀ 2 ਮੂੰਹ। ਇੱਕ ਮੂੰਹ ਨਾਲ ਹੀ ਤੇ ਸਾਰੀ ਕੁਦਰਤ ਨੂੰ ਖਾਈ ਜਾ ਰਹੇ ਨੇ, ਪੂਰਾ ਦੇਸ਼ ਹੀ ਖਾ ਜਾਂਦੇ ਨੇ। ਕੋਈ ਸਭ ਪੱਥਰ ਖਾ ਰਿਹਾ ਹੈ, ਕੋਈ ਕੋਲੇ ਦੀਆਂ ਖਾਣਾ ਖਾ ਰਿਹਾ ਹੈ, ਕੋਈ ਸਾਰਾ ਤੇਲ ਹੀ ਪੀ ਗਿਆ ਹੈ। ਕੱਲਾ ਕੱਲਾ ਬੰਦਾ ਕੋਈ ਸਾਰਾ ਪਸ਼ੂਆਂ ਦਾ ਚਾਰਾ ਖਾ ਜਾਂਦਾ ਹੈ। ਕੱਲਾ ਕੱਲਾ ਵਿਅਕਤੀ ਕੋਈ ਜ਼ਿਮੀਂਦਾਰਾਂ ਨੂੰ ਦਿੱਤੀਆਂ ਜਾਂਦੀਆਂ ਖਾਦਾਂ ਤੇ ਦਵਾਈਆਂ ਪੂਰੀਆਂ ਹੀ ਨਿਗਲ ਜਾਂਦਾ ਹੈ। ਇਹ ਹੈ 2 ਸੁੰਡਾਂ ਵਾਲੇ ਹਾਥੀ, ਜਿਹੜੇ ਚਾਹ ਰਹੇ ਨੇ ਕਿ ਪੂਰੀ ਦੁਨੀਆ ਦਾ ਜਿੰਨਾ ਧਨ ਪਦਾਰਥ ਹੈ ਸਾਡੇ ਹੀ ਪੇਟ ਵਿੱਚ ਪੈ ਜਾਏ ਤੇ ਅਸੀਂ ਭਰ ਲਈਏ ਇਹਨੂੰ, ਤੇ ਤ੍ਰਿਸ਼ਨਾ ਤੇ ਗੁਰਮੁਖੋ ਫਿਰ ਵੀ ਨਹੀਂ ਬੁਝਣੀ। ਉਹ ਤੇ ਅੱਗ ਹੋਰ ਵਧੇਰੇ ਬਲੇਗੀ। ਅੱਗ ਕਦੀ ਈਂਧਨ ਪਾਇਆ ਨਹੀਂ ਬੁਝਦੀ, ਅੱਗ ਤੇ ਪਾਣੀ ਪਾਉਣਾ ਚਾਹੀਦਾ ਜੇ ਬੁਝਾਉਣੀ ਹੋਵੇ ਤਾਂ। ਪਰ ਇਹ ਲੋਕ ਅੱਗ ਨੂੰ ਈਂਧਨ ਪਾ ਕੇ, ਬਾਲਣ ਪਾ ਕੇ ਬੁਝਾਉਣਾ ਚਾਹੁੰਦੇ ਨੇ। ਇਹ ਹਨ ਕਲਯੁਗ ਦੇ ਰਾਜੇ ਆਖੀਏ, ਰਾਜਨੇਤਾ ਆਖੀਏ, ਇਹ 2 ਸੁੰਡਾਂ ਵਾਲੇ ਹਾਥੀ ਨੇ। ਇਹੋ ਜਿਹੇ ਰਾਜੇ ਹੋਣਗੇ। ਇਹ ਕਲਯੁਗ ਦੀ ਪਹਿਲੀ ਨਿਸ਼ਾਨੀ ਦੱਸੀ ਕ੍ਰਿਸ਼ਨ ਜੀ ਨੇ। ਫਿਰ ਦੂਜੀ ਗੱਲ, ਪੰਛੀ ਦੇ ਪਰਾਂ ਤੇ ਧਰਮ ਮੰਤਰ ਲਿਖੇ ਹੋਏ ਨੇ, ਸ਼ਬਦ ਸ਼ਲੋਕ ਲਿਖੇ ਹੋਏ ਨੇ, ਤੇ ਉਹਦਾ ਜੀਵਨ, ਉਹਦਾ ਆਚਰਨ ਘਟੀਆ ਕਿਸਮ ਦਾ ਹੈ। ਕ੍ਰਿਸ਼ਨ ਜੀ ਨੇ ਆਖਿਆ ਇਹ ਸਾਡੇ ਧਾਰਮਿਕ ਆਗੂ ਹੋਣਗੇ। ਉੱਤੇ ਰਾਜਨੀਤਿਕ ਆਗੂਆਂ ਦੀ ਗੱਲ ਕੀਤੀ, ਹੁਣ ਧਾਰਮਿਕ ਆਗੂਆਂ ਦੀ ਗੱਲ ਕਰਦੇ ਨੇ। ਮੰਤਰ ਪੜ੍ਹਨਗੇ, ਸ਼ਬਦ ਗਾਉਣਗੇ, ਕੀਰਤਨ ਕਰਨਗੇ, ਮੇਰੇ ਵਾਂਗੂ ਕਥਾ ਵੀ ਕਰਨਗੇ, ਸ਼ਲੋਕ ਵੀ ਪੜ੍ਹਨਗੇ, ਸਭ ਕੁਝ ਕਰਨਗੇ, ਲੇਕਿਨ ਕੁਕਰਮਾਂ ਤੋਂ ਨਹੀਂ ਬਚੇ ਹੋਣਗੇ। ਇਹ ਕਲਯੁਗ ਦੀ ਦੂਸਰੀ ਨਿਸ਼ਾਨੀ ਦੱਸੀ ਹੈ। ਤੁਸੀਂ ਤੇ ਬੜੀ ਚੰਗੀ ਤਰ੍ਹਾਂ ਵੇਖਿਆ ਹੈ ਕਿ ਕਿੰਨੇ ਸਾਧੂ ਨੇ, ਕਿੰਨੇ ਵੱਡੇ ਵੱਡੇ ਬਾਬੇ ਨੇ, ਜਿਨ੍ਹਾਂ ਦੇ ਲੱਖਾਂ ਨਹੀਂ ਕਰੋੜਾਂ ਵਿੱਚ ਫਾਲੋਅਰਸ ਸਨ। ਮਾੜੇ ਕਰਮ ਕਰਕੇ ਉਹ ਜੇਲ੍ਹਾਂ ਵਿੱਚ ਬੈਠੇ ਨੇ। ਇਹ ਹਨ ਉਹ ਪੰਛੀ ਜਿਨ੍ਹਾਂ ਦੇ ਪਰਾਂ ਉੱਤੇ ਸ਼ਬਦ ਤੇ ਸ਼ਲੋਕ ਲਿਖੇ ਹੋਏ, ਲੇਕਿਨ ਆਚਰਨ ਮਾੜਾ। ਇਹ ਦੂਸਰੀ ਨਿਸ਼ਾਨੀ ਹੈ ਕਲਯੁਗ ਦੀ। ਤੀਸਰੀ ਨਿਸ਼ਾਨੀ, ਵੱਛੀ ਨੂੰ ਚੁੰਘ ਰਹੀ ਹੈ ਗਾਂ। ਕ੍ਰਿਸ਼ਨ ਜੀ ਨੇ ਆਖਿਆ ਮਾਪੇ ਧੀਆਂ ਦੇ ਪੈਸੇ ਖਾਣਗੇ, ਧੀਆਂ ਨੂੰ ਮੁੱਲ ਵੇਚਿਆ ਕਰਨਗੇ। ਇਹ ਤੀਸਰੀ ਨਿਸ਼ਾਨੀ ਦੱਸੀ। ਔਰ ਜੋ ਹੋ ਰਿਹਾ ਆਪਾਂ ਵੇਖ ਹੀ ਰਹੇ ਹਾਂ, ਐਸਾ ਸਭ ਚੱਲ ਰਿਹਾ ਸੰਸਾਰ ਦੇ ਅੰਦਰ। ਅੱਗੇ 3 ਖੂਹ ਵੇਖੇ ਸਨ ਉਹਨਾਂ ਨੇ। ਚੌਥੀ ਨਿਸ਼ਾਨੀ ਕਿ ਲੋਕ ਆਪਸ ਵਿੱਚ ਭੈਣਾਂ ਭਰਾਵਾਂ ਦੇ ਨਾਲ
प्यार मोह ममता नहीं रखणगे, तोड़ देणगे ते बाहर होर लोकां दे नाल जाके अपने रिश्ते नाते गंढणगे। यानी अपनिਆਂ नाल दुश्मनी ते दुश्मनां नाल प्यार करनगे। 5वें नंबर ते पत्थर वाली घटना आखन लगे भी ये जिहड़ा कलयुग इहदे विच जिहड़ा है ना धर्म वो इस तरह डिगेगा जिवें पहाड़ तो पत्थर डिगदा होवे। यानी उहदी धर्म की इन्नी अधोगति होवेगी, धर्म इस तरह खड्ड विच जा डिगेगा। और गुरबाणी ने तो बचन मन्निया ही होया है, कल काती राजे का साई, धर्म पंख कर उडरिया, कूड़ अमावस सच चंद्रमा, दिसै नाही कह चढ़िया। ये विकारां वाली काली बोली घुप हनेरी रात पई हुई है इस युग दे अंदर। सच रूप चंद्रमा किते नज़र ही नहीं आ रहा। राजियां ने कसाइयां दा रूप धारण कर लिया होया। उलटी वाड़ खेत को खाई। इन्हां ने पब्लिक नूं सहारा देना सी, पब्लिक दे रखवाले बनना सी, ओहो ही पब्लिक नूं खा रहे ने। सो ये कलयुग दियां निशानियां ने। तो उन्होंने पूछा फिर वो एक छोटे जे तिनके दे नाल आके अड़ क्यों गया, रुक क्यों गया? जे सचमुच धर्म की इन्नी गिलानी होवेगी, इन्नी उच्ची पद्धर तो थले डिग जाएगा खड्ड विच। ते श्री कृष्ण जी ने बचन आखे सन, नाम परमेश्वर दा नाम, ओदे सहारे ये रुकेगा। जिथे कोई किनका मात्र भी प्रभु का नाम जपेगा, प्रभु की भगती करेगा, उथे थोड़ा बहुता धर्म वेखण नूं मिलेगा। बाकी थावां तो धर्म पंख कर उडरिया, किते धर्म नां दी कोई चीज़ अज नज़र नहीं आ रही। जे अधर्म पूरी दुनिया विच फैलिया होया है, सो जे किते धर्म है तो उस हिरदे विच होएगा जिस हिरदे विच प्रभु का नाम होवेगा, जिहदे विच परमात्मा नाल प्यार मनुखता दे मनां विच होवेगा। जिहड़े लोग पब्लिक नूं प्यार करदे होणगे, उन्हां दे हिरदे विच थोड़ा बहुता किते धर्म टिकिया होएगा। सो जी ये 5 निशानियां दसियां श्री कृष्ण जी ने पांडवां नूं कलयुग दियां। और गुरु साहब ने उत्ते आपां नूं सारियां निशानियां दसियां कि कलयुग दा वरतारा किहो जिहा होवेगा। सो ये मिलिया जी कलयुग गुरु नानक साहब नूं, ते उन्हां ने सानूं ये सब समझाया भी कलयुग कोई मनुख नहीं, कलयुग तुहाडे सुभाअ दा नां है। जे तुसी कलयुग नूं बदलना चाहुंदे हो ते फिर अपने सुभाअ बदलो। तुसी चंद सूरज तारे धरती आकाश हवा ये सब नहीं बदल पाओगे। जे कुछ बदलने वाली चीज़ है तो तुहाडा सुभाअ है। अपने सुभाअ नूं चंगा बनाओ, इहदे विच चंगे गुण भरो। दया होवे, धर्म होवे, सत होवे, संतोख होवे, सिदक होवे। सिदक कर सिजदा मन कर मखसूद, जेह धिर देखा तेह धिर मौजूद। सिदक नूं धारण करो। जे सिदक आ गया पल्ले तो जिथे वेखोगे तुहानूं रब नज़र आएगा। जे पल्ले सिदक ना होया तो लख मंत्र पढ़ी जाओ, कुछ नहीं बनने वाला। सो ये जी कलयुग दे बारे आपां हुण तक गल कीती। श्री कृष्ण जी ने बचन आखे कि जिहड़ा कलयुग है इहदे विच धर्म की गिलानी होवेगी। जे धर्म किते थोड़ा बहुत तुहानूं नज़र आएगा तो उत्थे होएगा जिथे कोई प्रभु का नाम जपन वाला मनुख होएगा। गुरु 5वें पातशाह जी ने सानू की समझाया? आखन लगे अब कलू आयो रे। कलू का इत्थे अर्थ है कलयुग। लोगों के सुभाअ किहो जे बन गए ने आपां चंगी तरह समझ लिया।
ਅਬ ਕਲੂ ਆਇਓ ਰੇ। ਇਹ ਲੋਕਾਂ ਦੇ ਸੁਭਾਵਾਂ ਵਿੱਚ ਇਹ ਵਰਤਾਵਾ ਵਰਤ ਰਿਹਾ ਹੈ। ਹੁਣ ਇਸ ਨੂੰ ਕਲਯੁਗ ਕਹਿੰਦੇ ਨੇ। ਇਹੋ ਜਿਹਾ ਹੁਣ ਕਲਯੁਗ ਆ ਗਿਆ। ਹੁਣ ਕੀ ਕਰੀਏ ਫਿਰ? ਇੱਕ ਨਾਮ ਬੋਵੋ ਬੋਵੋ। ਹੋਰ ਕੋਈ ਤਰੀਕਾ ਨਹੀਂ ਇਹਦੇ ਤੋਂ ਬਚਣ ਦਾ। ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ। ਜਪ ਤੋਂ ਸ਼ੁਰੂ ਹੁੰਦਾ, ਜਪ ਕਰੋ, ਫਿਰ ਸਿਮਰਨ ਕਰੋ, ਫਿਰ ਧਿਆਨ ਵਿੱਚ ਟਿਕੋ। ਇਸ ਨੂੰ ਗੁਰੂ ਜੀ ਨੇ ਆਖਿਆ ਇੱਕ ਨਾਮ ਬੋਵੋ ਬੋਵੋ। ਕਿਸੇ ਗੱਲ ਤੇ ਜ਼ੋਰ ਦੇਣ ਲਈ ਅਸੀਂ ਉਹ ਸ਼ਬਦ 2 ਵਾਰੀ ਵਰਤਦੇ ਹੁੰਦੇ ਹਾਂ। ਗੁਰੂ ਸਾਹਿਬ ਨੇ 2 ਵਾਰੀ ਇਹ ਗੱਲ ਆਖੀ ਹੈ, ਜਿਵੇਂ ਕਹਿੰਦੇ ਨੇ ਬੀਜ ਭਾਈ, ਬੀਜ ਵੱਤਰ ਏ ਜ਼ਮੀਨ ਵਿੱਚ, ਖੇਤੀ ਬੀਜਣ ਦਾ ਹੁਣ ਬੀਜ। ਆਨ ਰੁੱਤ ਨਾਹੀ ਨਾਹੀ। ਆ ਮਨੁੱਖਾ ਜੀਵਨ ਇੱਕ ਇਹੋ ਜਿਹੀ ਰੁੱਤ ਹੈ ਜਿਸ ਰੁੱਤ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਬੀਜਿਆ ਜਾ ਸਕਦਾ ਹੈ। ਜੇ ਅਸੀਂ ਇਸ ਰੁੱਤ ਵਿੱਚ ਪਰਮਾਤਮਾ ਦਾ ਨਾਮ ਨਾ ਬੀਜਿਆ ਤੇ ਫਿਰ ਗੁਰੂ ਜੀ ਨੇ ਆਖਿਆ ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਰੁੱਤ ਹੋਵੇ ਕਣਕ ਬੀਜਣ ਦੀ, ਜ਼ਿਮੀਂਦਾਰ ਮੇਲਾ ਵੇਖਣ ਗਿਆ ਹੋਵੇ, ਕਣਕ ਬੀਜੇ ਹੀ ਨਾ, ਤੇ ਫਿਰ ਬੱਚਿਆਂ ਨੂੰ ਕੀ ਖਵਾਉਣਾ ਉਹਨੇ? ਅੱਗੇ ਭੁੱਖਾ ਕਿਆ ਖਾਏ। ਜੇ ਹੁਣ ਤੂੰ ਨਾਮ ਨਹੀਂ ਬੀਜਿਆ ਪਰਮੇਸ਼ਵਰ ਦਾ, ਤੇ ਫਿਰ ਆਉਣ ਵਾਲੇ ਸਮੇਂ ਵਿੱਚ ਕੀ ਖਾਏਗਾ? ਭਾਵ ਤੈਨੂੰ ਕਿਸੇ ਮਾੜੀ ਜੂਨੀ ਵਿੱਚ ਜਾਣਾ ਪਵੇਗਾ ਜਿੱਥੇ ਤੈਨੂੰ ਆ ਸਾਰੀਆਂ ਸੁੱਖ ਸਹੂਲਤਾਂ ਨਹੀਂ ਮਿਲਣਗੀਆਂ। ਅਸੀਂ ਉਹੋ ਜਿਹੇ ਜੀਵ ਹਾਂ ਜਿਹੋ ਜਿਹੇ ਬਾਕੀ ਨੇ 84 ਲੱਖ ਜੋਨੀਆਂ ਵਿੱਚ, ਪਰ ਮਨੁੱਖ ਮਾਤਰ ਲਈ ਵਿਸ਼ੇਸ਼ ਥਾਂ ਹੈ ਇਹਨਾਂ ਜੋਨੀਆਂ ਦੇ ਅੰਦਰ। ਉਸ ਵਿਸ਼ੇਸ਼ ਥਾਂ ਵਿੱਚ ਅਸੀਂ ਚੰਗੇ ਸੁੱਖ ਲੈ ਸਕਦੇ ਹਾਂ, ਚੰਗਾ ਜੀਵਨ ਜੀਉ ਸਕਦੇ ਹਾਂ ਤੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਅਨਰੂਤ ਨਾਹੀ ਨਾਹੀ। ਇਸ ਮਨੁੱਖਾ ਜੀਵਨ ਤੋਂ ਬਿਨਾਂ ਹੋਰ ਕੋਈ ਰੁੱਤ ਨਹੀਂ, ਕੋਈ ਜੋਨੀ ਨਹੀਂ ਇਹੋ ਜਿਹੀ ਜਿਹਦੇ ਵਿੱਚ ਕੋਈ ਜੀਵ ਨਾਮ ਜਪ ਸਕੇ। ਮਤ ਭਰਮ ਭੂਲੋ ਭੂਲੋ। ਇਸ ਮਾਇਆ ਦੇ ਇਸ ਜਿਹੜਾ ਬੜਾ ਹੀ ਆਕਰਸ਼ਕ ਨਜ਼ਾਰਾ ਅਸੀਂ ਵੇਖਦੇ ਹਾਂ ਪਏ, ਕਿੰਨੀ ਚਹਿਲ ਪਹਿਲ ਇਸ ਸੰਸਾਰ ਦੇ ਅੰਦਰ ਮਾਇਆ ਦੀ, ਕਿੰਨੇ ਰੰਗ ਬਿਰੰਗੇ ਫੁੱਲ ਖਿੜੇ ਹੋਏ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਕਿ ਲੋਕ ਤਾਂ ਸਾਰੇ ਇਸ ਮਾਇਆ ਦੀ ਖੇਡ ਖੇਡ ਰਹੇ ਨੇ, ਤੇ ਗੁਰੂ ਜੀ ਮੈਨੂੰ ਕਹਿੰਦੇ ਨੇ ਤੂੰ ਨਾਮ ਬੀਜ ਅੰਦਰ ਬਹਿ ਕੇ। ਮੈਂ ਕਿਵੇਂ ਬੈਠ ਜਾ ਅੰਦਰ? ਮੈਂ ਕਮਾਈ ਕਿਉਂ ਨਾ ਕਰਾਂ? ਮੈਂ ਧਨਵਾਨ ਕਿਉਂ ਨਾ ਬਣ ਜਾਵਾਂ? ਮਤ ਭਰਮ ਭੂਲੋ ਭੂਲੋ। ਇਸ ਭਰਮ ਵਿੱਚ ਨਾ ਪੈ ਜਾਣਾ। ਇਹ ਮਾਇਆ ਕਿਸੇ ਦੇ ਨਾਲ ਅੱਜ ਤੱਕ ਨਹੀਂ ਗਈ ਤੇ ਸ਼ਾਇਦ ਆਉਣ ਵਾਲੇ ਸਮੇਂ 'ਚ ਜਾਏਗੀ ਵੀ ਨਹੀਂ। ਤੁਹਾਨੂੰ ਪਤਾ ਹੀ ਹੈ ਨਾ, ਉਹ ਇੰਗਲੈਂਡ ਵਾਲੀ ਰਾਣੀ, ਉਹਦਾ ਅਕਾਲ ਚਲਾਣਾ ਹੋਇਆ 2-4 ਦਿਨ ਹੋਏ ਨੇ, ਤੇ ਮੇਰੇ ਮਨ 'ਚ ਆ ਰਹੀ ਸੀ ਵੀ ਸਾਡਾ ਇਹਨਾਂ ਨੇ ਨਾ ਕੋਹੇ ਨੂਰ ਹੀਰਾ ਲਿਆਂਦਾ ਸੀ, ਉਹਦੇ ਤਾਜ ਵਿੱਚ ਲੱਗਿਆ ਹੋਇਆ। ਉਹਦੀ ਫੋਟੋ ਵੇਖਣਾ, ਉਹ ਤਾਜ ਜਿਹੜਾ ਨਾ ਉਹਦੇ ਸਿਰ ਦੇ ਉੱਤੇ, ਉਹਦੇ ਵਿੱਚ ਹੀਰਾ ਉਹ ਆਪਣਾ ਹੈ, ਮਹਾਰਾਜਾ ਰਣਜੀਤ ਸਿੰਘ ਦਾ। ਤੇ ਮੇਰੇ ਮਨ 'ਚ ਆ ਰਹੀ ਸੀ ਵੀ ਹੀਰਾ ਨਾਲ ਤਾਂ ਕੋਈ ਨਹੀਂ ਲਗਾਈ, ਇੱਥੇ ਹੀ ਛੱਡ ਗਈ ਹੈ। ਕਿੰਨਾ ਧੋਖਾ ਕੀਤਾ ਮਹਾਰਾਜਾ ਦਲੀਪ ਸਿੰਘ ਦੇ ਨਾਲ, ਸਮੁੱਚੇ ਸਿੱਖ ਸਮਾਜ ਦੇ ਨਾਲ ਧੋਖਾ ਕਰਕੇ ਅਨਮੁੱਲੀਆਂ ਚੀਜ਼ਾਂ ਸਾਡੀਆਂ ਉੱਥੋਂ ਲਿਆ ਕੇ ਉਹਨਾਂ ਉੱਤੇ ਕਬਜ਼ਾ ਜਮਾ ਲਿਆ। ਲੇਕਿਨ ਕੀ ਉਹ ਨਾਲ ਗਿਆ? ਹੁਣ ਇਹ ਵੀ ਤਾਂ ਇੱਕ ਭਰਮ ਹੀ ਸੀ ਨਾ, ਕਿਸੇ ਦੀ ਚੀਜ਼ ਜ਼ਬਰਦਸਤੀ ਲਿਆ ਕੇ ਆਪਣੀ ਬਣਾ ਲੈਣੀ। ਕਲਯੁੱਗ ਦੀਆਂ ਨਿਸ਼ਾਨੀਆਂ ਇਹੋ ਹੀ ਨੇ, ਹੋਰ ਕੀ ਹੈ? ਉਲਟੀ ਵਾੜ ਖੇਤ ਘੋਰ, ਰਾਜੇ ਕਿਵੇਂ ਖੇਤ ਨੂੰ ਖਾ ਰਹੇ ਨੇ, ਇਹ ਕਸਾਈ ਕਿਵੇਂ ਬਣੇ ਹੋਏ ਨੇ, ਇਸੇ ਤਰ੍ਹਾਂ ਹੀ ਤੇ ਬਣੇ ਨੇ। ਦੂਜਿਆਂ ਦਾ ਹੱਕ ਮਾਰਦੇ ਨੇ ਤੇ ਆਪਣੇ ਢਿੱਡ ਇਹਨਾਂ ਲੋਕਾਂ ਨੇ ਵਧਾਏ ਹੋਏ ਨੇ। ਇਹੋ ਹੀ ਇੱਕ ਕਸਾਈਪੁਣਾ। ਸੋ ਅਸੀਂ ਮਤ ਭਰਮ ਭੂਲੋ ਭੂਲੋ। ਇਸ ਮਾਇਆ ਮੋਹ ਦੇ ਭਰਮ ਵਿੱਚ ਪੈ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਨਾ ਭੁੱਲ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ।
सो आपां सारे यतन करिए जी, ये बड़ी सोहनी रुत जे मनुखा जीवन, इहदे विच आपां कुछ भला करिए, कुछ चंगा करिए। ते चंगा आपां तां ही कर पावांगे जे पहला नाम दा अभ्यास करांगे, सिमरन दा अभ्यास करांगे। सिमरन शब्द एक इहो जी हस्ती है जिहड़ी साडे मन नूं माड़े पासे जाण ही नहीं देगी। शब्द विच जी बहुत वड्डी ताकत है। किसे नूं तुसीं ना माड़ा बोल बोल के वेखो, शब्द ओए कह के वेखो किसे नूं, सिर्फ वो शब्द ही है ना, ओए ਉਹਦੇ अंदरों अग बल उठेगी, क्रोध का भांबड़ मचेगा भी तू ये मैनू किवें बोलिया। वो एक शब्द ही, और कुछ भी नहीं। किहड़ी उहनूं चोट वज गई, किहड़ी उहदी कोई लत्त बांह तोड़ती, सिर्फ शब्द ही बोलिया। ते किसे नूं प्यार भरे मिठे बोल बोल के वेखो, किसे नूं जी आया नूं आख के वेखो, वो तपदा होया बाहरों आएगा तो तुहाडे वो बचन सुन के ठंडा ठार हो जाएगा, शांत हो जाएगा। शब्द ही है ना जी, वो दोनों शब्द ही ते हन। वाहिगुरू शब्द इन्ना पावरफुल शब्द है कि जिस हिरदे विच वाहिगुरू शब्द टिक जाए, उस हिरदे चों कदी माड़ा बोल नहीं निकल पाएगा। निकलना कित्थों, रहना ही नहीं। जो पावै भांडे विच वसत साह निकलै, निकलना तो ही ना जो अंदर है। जे वाहिगुरू टिकिया है तो उत्थे कोई माड़ी चीज़ रह ही नहीं सकती। सो आपां यतन करिए इस शब्द नूं, गुरु दी सिੱਖਿਆ नूं, धन धन सुहावा सो शरीर थान है, जिथे मेरा गुर धरै विखा। मेरा गुरु जिथे अपना शब्द टिका देवे, वो हिरदा धनता योग हो जाता है, वो सोहना बन जाता है। सो आपां यतन करिए जी, वाहिगुरू शब्द नूं अपने हिरदे विच टिकाउण दी कोशिश करिया करिए। टिकना तो गुरु किरपा नाल है, पर गुरु ने भी तो वेखना ही है ना भी तुसीं टिकाणा भी चाह रहे हो कि नहीं। टिकाणा चाहोगे तो गुरु जरूर किरपा करेगा। जे आपां टिकाणा ही नहीं चाहांगे तो फिर गुरु एवें किरपा सुटदा थोड़ी फिरदा किते। आपां कोशिश करिए। सो अज दी विचार जी आपां इत्थे समाप्त करदे हां। अगली विचार ना आपां गुरु नानक साहब जी दा बचन जिहड़ा है, वसदे रहो ते उजड़ जाओ, इत्थों शुरू करके फिर अगे चलांगे। अज मेरा मन ते सी कि आ बचन सांझे करांगा तुहाडे नाल, पर नहीं हो पाया। कोई गल नहीं, आपां नूं कोई काहली नहीं, कोई जल्दी नहीं, आपां किते नहीं जाना। कलयुग वापर रहा है, इहदे विच आपां शांत होना है, ठंडे होना है, टिकाओ विच बैठना है। ते टिकाओ विच तां ही बैठिया जाएगा जे टिकाओ विच बैठण दी कोशिश करांगे। जे दौड़ भाजी बनी रही साडी बोलन वालियां दी भी, कीर्तन वालियां दी भी, तुहाडी भी, थल्ले भज जो चाह पीओ, फिर उत्ते भजो, मत्था टेक लो, ओ भाई इस तरह सब कुछ नहीं करो। जो कुछ छकना छकाउना एक बारी छक आओ थल्लियों, कोई नहीं रोकदा। फिर उत्ते बड़े आराम नाल प्यार नाल आके सतगुरु जी दे अगे अपना सन्मान भेंट करो ते इत्थे ऐ चौंकड़ा लगा के बह जाओ। इस तरह बैठ जाओ कि जिवें कोई बैठा ही नहीं हुंदा। हाल भरिया होवे लेकिन इउं लगे कि कोई नहीं बैठा। इन्नी शांति वरत जाए। बस उस शांति ने सानू सतयुग विच लै जाना है। सो आपां कोशिश करिए जी, गुरु महाराज दियां इन्हां सिੱਖਿਆਵਾਂ नूं हिरदे विच थां दईए तां जो साडा ये मनुखा जीवन सफल जीवन बन सके। इत्थों ही आपां अगली विचार अगले ऐतवार नूं गुरु महाराज जी ने मेहर कीती तां जरूर अगे आपां इस नूं जारी रखांगे। तुसीं बड़े प्यार नाल बैठ के अज दी विचार नूं सुनिया है। कलयुग दीयां निशानियां आपां समझ लईआं ने, हुण इन्हां तों भी बच के रहना कलयुग दे तत्ते झोलियां तो। प्यार नाल बैठ के सुनन लई तुहाडा बहुत बहुत धन्नवाद। मेरियां भुल्लां खिमा कर देना। प्यार नाल आखो जी, वाहिगुरू जी का खालसा, वाहिगुरू जी की फतेह।